ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਬਣੀਏ ਗੁਰਸਿੱਖ ਪਿਆਰਾ ਦੇ ਇਸ ਪ੍ਰੋਗਰਾਮ ਦੇ ਇਸ ਐਪੀਸੋਡ ਦੇ ਵਿਚਕਾਰ ਅਸੀਂ ਦਰਸ਼ਕਾਂ ਨੂੰ ਜੀ ਆਇਆਂ ਕਹਿੰਦੇ ਹਾਂ। ਅੱਜ ਦਾ ਪ੍ਰੋਗਰਾਮ ਪ੍ਰਸ਼ਨ ਉੱਤਰਾਂ ਨੂੰ ਲੈ ਕੇ ਗਿਆਨ ਦੇ ਸਰੋਵਰ ਦੇ ਵਿੱਚੋਂ ਮੋਤੀ ਇਕੱਠੇ ਕਰਨ ਦਾ ਹੈ। ਅਸੀਂ ਹਮੇਸ਼ਾ ਗੱਲ ਕਰਦੇ ਹਾਂ ਭਾਸ਼ਾਵਾਂ ਦੀ, ਲੇਕਿਨ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਹਰ ਭਾਸ਼ਾ ਆਪਣੀ ਜਗ੍ਹਾ ਦੇ ਉੱਤੇ ਬੇਸ਼ਕੀਮਤੀ ਹੈ। ਕਿਸੇ ਭਾਸ਼ਾ ਦਾ ਨਿਰਾਦਰ ਨਹੀਂ ਕਰਨਾ ਚਾਹੀਦਾ ਔਰ ਜ਼ਿੰਦਗੀ 'ਚ ਵੱਧ ਤੋਂ ਵੱਧ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਨੇ ਤਾਂ ਕਿ ਤੁਹਾਡਾ ਕਮਿਊਨੀਕੇਸ਼ਨ ਗੈਪ ਲੋਕਾਂ ਨਾਲ ਘਟੇ ਨਾ ਵਧੇ। ਇਸ ਕਰਕੇ ਲੇਕਿਨ ਆਪਣੀ ਮਾਂ ਬੋਲੀ ਦੀ ਕਾਸ ਦੇ ਉੱਤੇ ਤੁਹਾਨੂੰ ਕਦੀ ਕੋਈ ਫੈਸਲਾ ਨਹੀਂ ਕਰਨਾ ਚਾਹੀਦਾ। ਭਾਵੇਂ ਲਹਿੰਦਾ ਪੰਜਾਬ ਹੋਵੇ, ਭਾਵੇਂ ਚੜ੍ਹਦਾ ਪੰਜਾਬ ਹੋਵੇ, ਇਹਨਾਂ ਦੋਨੋਂ ਪੰਜਾਬਾਂ ਦੇ ਅੰਦਰ ਅੱਜ ਇੱਕ ਨਵੀਂ ਰੋਹ ਸ਼ੁਰੂ ਹੋ ਚੁੱਕੀ ਹੈ ਕਿ ਅਸੀਂ ਉੱਥੋਂ ਦੀਆਂ ਲੋਕਲ ਲੈਂਗੁਏਜ ਨੂੰ ਬੋਲੀਏ, ਉਹਨੂੰ ਅਸੀਂ ਅਪਣਾਈਏ। ਮੈਂ ਇਹ ਨਹੀਂ ਕਹਿੰਦਾ ਕਿ ਲੋਕਲ ਲੈਂਗੁਏਜ ਅਪਣਾਉਣੀ ਨਹੀਂ ਚਾਹੀਦੀ, ਉਹ ਅਪਣਾਉਣੀ ਚਾਹੀਦੀ ਹੈ, ਲੇਕਿਨ ਮਾਂ ਬੋਲੀ ਦੀ ਕੀਮਤ ਦੇ ਉੱਤੇ ਨਹੀਂ, ਕਿਉਂਕਿ ਮਾਂ ਹੀ ਹੁੰਦੀ ਹੈ। ਇਸ ਤੋਂ ਇਲਾਵਾ ਤੇ ਜਿਹੜੇ ਰਿਸ਼ਤੇ ਨੇ, ਉਹ ਮਾਸੀ ਨੂੰ ਅਸੀਂ ਕਹਿੰਦੇ ਮਾਂ ਸੀ, ਉਹ ਮਾਂ ਵਰਗੀ ਹੈ, ਮਾਂ ਹੀ ਹੈ। ਤਾਂ ਮਾਂ ਬੋਲੀ ਦਾ ਕਤਲ ਨਾ ਕਰੀਏ, ਮਾਂ ਬੋਲੀ ਨੂੰ ਜਿਉਂਦਾ ਰੱਖੀਏ। ਸੱਚ ਜਾਣਿਓ, ਜਿਹੜੀਆਂ ਕੌਮਾਂ ਆਪਣੀ ਮਾਂ ਬੋਲੀ ਨੂੰ ਭੁੱਲ ਜਾਂਦੀਆਂ ਨੇ, ਇਤਿਹਾਸ ਦੇ ਵਰਕਿਆਂ ਤੇ ਬਹੁਤੀ ਦੇਰ ਜਿਉਂਦੀਆਂ ਨਹੀਂ ਰਹਿੰਦੀਆਂ, ਔਰ ਜਿਹੜੀਆਂ ਕੌਮਾਂ ਆਪਣੀ ਮਾਂ ਬੋਲੀ ਸੰਭਾਲ ਕੇ ਰੱਖਦੀਆਂ ਨੇ, ਦੁਨੀਆ ਉਹਨਾਂ ਨੂੰ ਸਲਾਮ ਕਰਦੀ ਹੈ। ਆਰੀ ਮਰਦਮਸ਼ੁਮਾਰੀ ਦੇ ਵਿੱਚ ਆਪ ਜੀ ਨੂੰ ਇਸ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਜਿਸ ਵੇਲੇ ਤੁਹਾਡੇ ਘਰ ਕੋਈ ਵੀ ਰਿਪਰੈਜ਼ੈਂਟੇਟਿਵ ਆਵੇ, ਉਹਨਾਂ ਨੂੰ ਇਹ ਕਹਿਣਾ 2021 ਦੇ ਵਿੱਚ ਕਿ ਮੇਰੀ ਮਾਂ ਬੋਲੀ ਪੰਜਾਬੀ ਹੈ, ਕਿਉਂਕਿ ਤੁਹਾਡਾ ਇੱਕ ਲਿਖਾਇਆ ਹੋਇਆ ਪੰਜਾਬੀਆਂ ਦੇ ਹੱਕਾਂ ਲਈ ਇੱਕ ਬੜਾ ਵੱਡਾ ਸਾਡੇ ਵਾਸਤੇ ਸ਼ਸਤਰ ਸਾਬਤ ਹੋਏਗਾ, ਜਿਹੜਾ ਕਿ ਅਸੀਂ ਆਪਣੀਆਂ ਮੰਗਾਂ ਵਾਸਤੇ ਕਰ ਸਕਦੇ ਹਾਂ। ਸੋ ਮਾਂ ਬੋਲੀ ਦੇ ਲਈ ਆਪਾਂ ਸਮਰਪਿਤ ਰਹੀਏ ਔਰ ਆਪਣੇ ਘਰ ਵਿੱਚ ਆਪਣੇ ਬੱਚਿਆਂ ਦੇ ਨਾਲ ਮਾਂ ਬੋਲੀ 'ਚ ਗੱਲ ਕਰੀਏ, ਚਾਹੇ ਉਹ ਕੋਈ ਵੀ ਮਾਂ ਬੋਲੀ ਕਿਸੇ ਦੀ ਹੈ। ਇਹ ਨਾ ਕੋਈ ਸੋਚੇ ਕਿ ਕੇਵਲਮ ਪੰਜਾਬੀ ਮਾਂ ਬੋਲੀ ਦੀ ਗੱਲ ਕਰ ਰਿਹਾ, ਮੈਂ ਸਾਰਿਆਂ ਨੂੰ ਕਰਨਾ ਕਿ ਮਾਂ ਬੋਲੀ ਨੂੰ ਕਦੀ ਨਾ ਤਿਆਗੋ। ਸੋ ਅੱਜ ਦਾ ਐਪੀਸੋਡ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਔਰ ਸਾਡੇ ਪਹਿਲੇ ਪ੍ਰਤੀਯੋਗੀ ਅੱਜ ਦੇ ਐਪੀਸੋਡ ਦੇ ਨੇ ਅਮਨਦੀਪ ਸਿੰਘ ਜੀ। ਅਮਨਦੀਪ ਸਿੰਘ ਜੀ ਬਸਤੀ ਯੂਪੀ ਤੋਂ ਸਾਡੇ ਨਾਲ ਜੁੜੇ ਨੇ। ਜੀ ਆਇਆਂ ਨੂੰ ਅਮਨਦੀਪ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅਮਨਦੀਪ ਸਿੰਘ ਜੀ, ਆਪਣੇ ਬਾਰੇ ਵਿੱਚ ਕੁਝ ਦੱਸੋ ਸਾਨੂੰ। ਮੇਰਾ ਨਾਮ ਅਮਨਦੀਪ ਸਿੰਘ ਹੈ। ਮੈਂ ਸੋਸ਼ੀਓਲੋਜੀ 'ਚ ਪੋਸਟ ਗ੍ਰੈਜੂਏਸ਼ਨ ਕੰਪਲੀਟ ਕੀਤੀ ਹੈ। ਮੇਰੀ ਹੌਬੀ ਕਵਿਤਾਵਾਂ ਲਿਖਣਾ ਹੈਗਾ ਹੈ। ਮੈਂ ਕਵਿਤਾਵਾਂ ਲਿਖਦਾ ਹਾਂ ਤੇ ਆਓ ਬਣੀਏ ਗੁਰਸਿੱਖ ਪਿਆਰਾ ਕੰਟੈਸਟ ਤੇ ਇਸ ਸਟੇਜ ਤੇ ਪਹੁੰਚ ਕੇ ਮੈਂ ਆਪਣੇ ਆਪ ਨੂੰ ਵਡਭਾਗੀ ਸਮਝਦਾ ਹਾਂ ਤੇ ਮੈਂ ਅਕਾਲ ਪੁਰਖ ਦਾ ਸ਼ੁਕਰਗੁਜ਼ਾਰ ਹਾਂ ਕਿ ਇਸ ਪ੍ਰੋਗਰਾਮ ਦੇ ਜ਼ਰੀਏ ਮੈਂ ਆਪਣੇ ਸਿੱਖ ਵਿਰਸੇ ਅਤੇ ਇਤਿਹਾਸ ਨਾਲ ਰੂਬਰੂ ਹੋ ਸਕਿਆ। ਸੋ ਬਹੁਤ ਅੱਛਾ ਲੱਗਾ ਤੁਹਾਡੀ ਗੱਲ ਸੁਣ ਕੇ। ਅਸੀਂ ਇਸ ਤੋਂ ਪਹਿਲਾਂ ਕਿ ਪ੍ਰਸ਼ਨਾਂ ਦੀ ਲੜੀ ਨੂੰ ਸ਼ੁਰੂ ਕਰੀਏ, ਮੈਂ ਆਪ ਜੀ ਨੂੰ ਬਰੀਫ ਥੋੜਾ ਸੰਖੇਪ ਵਿੱਚ ਰੂਲ ਦੱਸਣ ਲੱਗਾ ਕਿ ਇਸ ਦੇ ਅੰਦਰ ਟੋਟਲ 9 ਪ੍ਰਸ਼ਨ ਨੇ, ਜਿਹਦੇ ਪਹਿਲੇ ਹਿੱਸੇ ਵਿੱਚ 5 ਪ੍ਰਸ਼ਨ ਨੇ ਔਰ ਜਿਹਦੇ ਵਿੱਚ 45 ਸਕਿੰਟ ਦਾ ਟਾਈਮ ਹੈ, ਔਰ ਦੂਸਰੇ ਹਿੱਸੇ ਵਿਚਕਾਰ 4 ਪ੍ਰਸ਼ਨ ਨੇ ਜਿਹਦੇ ਅੰਦਰ 60 ਸੈਕਿੰਡ ਦਾ ਟਾਈਮ ਹੈ। ਪਹਿਲੇ ਵਿਚਕਾਰ ਤੁਹਾਨੂੰ ਐਕਸਪਰਟ ਐਡਵਾਈਸ ਦੀ ਇੱਕ ਲਾਈਫਲਾਈਨ ਮਿਲੇਗੀ, ਦੂਜੇ ਫਲਿਪ ਦਾ ਕੁਐਸਚਨ, ਯਾਨੀ ਕਿ ਦੂਜੇ ਹਿੱਸੇ ਵਾਲੇ ਦੇ ਵਿੱਚ ਜਿਹੜਾ ਪ੍ਰਸ਼ਨ ਤੁਹਾਨੂੰ ਠੀਕ ਨਹੀਂ ਲੱਗਦਾ ਜਾਂ ਤੁਹਾਨੂੰ ਸਮਝ ਨਹੀਂ ਆ ਰਿਹਾ ਜਾਂ ਤੁਸੀਂ ਜਵਾਬ ਨਹੀਂ ਦੇਣਾ ਚਾਹੁੰਦੇ, ਉਹਨੂੰ ਇੱਕ ਵਾਰੀ ਬਦਲਿਆ ਜਾ ਸਕਦਾ, ਦੂਜਾ ਪ੍ਰਸ਼ਨ ਹੋਏਗਾ। ਇਹ ਦੋ ਚੀਜ਼ਾਂ ਤੁਹਾਡੇ ਕੋਲ ਨੇ। ਪਹਿਲੇ ਵਿਚਕਾਰ ਸਿਰਫ ਇੱਕ ਲਾਈਫਲਾਈਨ ਮਿਲੇਗੀ, ਜੇ ਤੁਸੀਂ ਪਹਿਲੇ 'ਚ ਨਹੀਂ ਲੈਂਦੇ ਤੇ ਦੂਜੇ ਵਿੱਚ ਦੋਨੋਂ ਇਕੱਠੀਆਂ ਵਰਤ ਸਕਦੇ ਹੋ, ਤੁਹਾਡੇ ਉੱਤੇ ਹੈ। ਸੋ ਇਸ ਤੋਂ ਪਹਿਲਾਂ ਕਿ ਤੁਹਾਨੂੰ ਇਹ ਸਾਰੇ ਰੂਲ ਸਮਝ ਆ ਗਏ ਨੇ, तो पहला प्रश्न आप जी दी स्क्रीन ते। Who was martyred by setting fire to the body wrapped in the cotton in front of all? किस नूं सब दे सामने रूह दे विच लपेट के रूह नूं अग लगा के शहीद कीता गया सी? ए श्री गुरु तेग बहादुर साहिब जी, बी भाई सतीदास जी, सी भाई दयाला जी, डी भाई मतीदास जी। ऑप्शन बी भाई सतीदास जी। भाई सतीदास जी। ऑप्शन बी ਨੂੰ ਲੌਕ ਕੀਤਾ ਜਾਏ। ਦੇਖਦੇ ਹਾਂ
ਕਿ ਇਹਨਾਂ ਨੇ ਉੱਤਰ ਠੀਕ ਦਿੱਤਾ ਹੈ ਕਿ ਨਹੀਂ ਦਿੱਤਾ। ਸੋ ਤੁਹਾਡਾ ਉੱਤਰ ਬਿਲਕੁਲ ਠੀਕ ਹੈ, ਮੁਬਾਰਕ ਹੋਏ, ਤੁਸੀਂ ਪ੍ਰਤੀਯੋਗਤਾ ਦੇ ਸ਼ੁਰੂ 'ਚ ਠੀਕ ਉੱਤਰ ਦੇ ਕੇ ਅੱਗੇ ਵਧਿਓ ਕਿ ਭਾਈ ਸਤੀ ਦਾਸ ਜੀ ਨੂੰ ਰੂਈ ਵਿੱਚ ਲਪੇਟ ਕੇ ਰੂਹ ਨੂੰ ਅੱਗ ਲਾ ਦਿੱਤੀ ਗਈ ਸੀ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਪਹਿਲਾਂ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ। ਸੋ ਅਗਲਾ ਪ੍ਰਸ਼ਨ ਆਪ ਜੀ ਦੀ ਸਕਰੀਨ ਤੇ, by which name everyone call ਭਾਈ ਤਾਰੂ ਸਿੰਘ ਜੀ। ਭਾਈ ਤਾਰੂ ਸਿੰਘ ਜੀ ਨੂੰ ਸਭ ਕੀ ਕਹਿ ਕੇ ਬੁਲਾਉਂਦੇ ਸਨ? ਆਪਸ਼ਨਸ ਤੁਹਾਡੀ ਸਕਰੀਨ ਤੇ। A ਭਾਈ ਜੀ, B ਗਿਆਨੀ ਜੀ, C ਸਿੰਘ ਜੀ, D ਭਾਈ ਤਾਰੂ ਸਿੰਘ ਜੀ। ਭਾਈ ਜੀ, ਗਿਆਨੀ ਜੀ, ਸਿੰਘ ਜੀ, ਭਾਈ ਤਾਰੂ ਸਿੰਘ ਜੀ। A B C D। ਮੈਂ ਲਾਈਫਲਾਈਨ ਯੂਜ਼ ਕਰਾਂਗਾ ਇਹਦੇ ਵਿੱਚ। ओके, लाइफलाइन की थी, समा रोक दिता गया है। सो आप जी ने एक्सपर्ट एडवाइस की मांग की थी है। सो सिंह साहब ज्ञानी रणजीत सिंह जी हैड ग्रंथी गुरुद्वारा बंगला साहिब हमेशा की तरह से इन्होंने रिक्वेस्ट करते हैं और साड़ी बेनती को प्रवान करते हैं। लाइन ते ने सिंह साहब वाहिगुरू जी का खालसा वाहिगुरू जी की फतेह। सिंह साहब ज्ञानी रणजीत सिंह जी, आप जी देख रहे हो कि प्रश्न पूछा गया सी और प्रश्न सी कि ਭਾਈ ਤਾਰੂ ਸਿੰਘ ਜੀ ਨੂੰ ਸਭ ਕੀ ਕਹਿ ਕੇ ਬੁਲਾਉਂਦੇ ਸਨ। ਆਪ ਜੀ ਦੇ ਸਾਹਮਣੇ ਆਪਸ਼ਨ ਨੇ, ਕਿਰਪਾ ਕਰਕੇ ਦੱਸੋ ਕਿ ਇਹਦੇ ਚੋਂ ਰਾਈਟ ਆਨਸਰ ਕੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੀ ਸਮਝ ਦੇ ਮੁਤਾਬਕ ਜੋ ਠੀਕ ਨਾਮ ਹੈ ਉਹ ਭਾਈ ਜੀ ਹੈ। ਭਾਈ ਤਾਰੂ ਸਿੰਘ ਜੀ ਨੂੰ ਆਮ ਗੁਰਸਿੱਖ ਜਾਂ ਆਮ ਸੰਗਤ ਭਾਈ ਜੀ ਕਹਿ ਕੇ ਬੁਲਾਉਂਦੀ ਸੀ। ਸੋ ਭਾਈ ਸਾਹਿਬ ਸਿੰਘ ਸਾਹਿਬ ਯਾਨੀ ਰਣਜੀਤ ਸਿੰਘ ਜੀ ਕਹਿ ਰਹੇ ਨੇ ਉਹਨਾਂ ਨੂੰ ਭਾਈ ਤਾਰੂ ਸਿੰਘ ਜੀ ਨੂੰ ਭਾਈ ਜੀ ਕਹਿ ਕੇ ਸੰਬੋਧਨ ਕੀਤਾ ਜਾਂਦਾ ਸੀ। ਕੀ ਆਪ ਜੀ ਉਹਨਾਂ ਨਾਲ ਜਾਣਾ ਚਾਹੋਗੇ? ਸੋ ਫਿਰ ਉਹਨਾਂ ਦਾ ਧੰਨਵਾਦ ਕਰੋ ਗਿਆਨੀ ਰਣਜੀਤ ਸਿੰਘ ਜੀ ਦਾ। ਬਹੁਤ ਬਹੁਤ ਧੰਨਵਾਦ ਹੈ ਗਿਆਨੀ ਰਣਜੀਤ ਸਿੰਘ ਜੀ ਦਾ। ਸੋ ਧੰਨਵਾਦ ਜੀ, ਤੁਹਾਡੇ ਸਾਡੇ ਪਾਰਟਿਸਪੈਂਟ ਨੇ ਵੀ ਧੰਨਵਾਦ ਤੁਹਾਡਾ ਕੀਤਾ ਹੈ ਤੇ ਅਸੀਂ ਵੀ ਟੀਮ ਵੱਲੋਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਇਸ ਪ੍ਰਤੀਯੋਗਤਾ ਵਿੱਚ ਜਿਹੜਾ ਮਦਦ ਕੀਤੀ ਔਰ ਸਾਡੇ ਪ੍ਰਤੀਯੋਗੀ ਨੂੰ ਅੱਗੇ ਤੋਰਿਆ। ਮੇਰੇ ਵੀਰ, ਮੇਰੀਆਂ ਭੈਣਾਂ, ਅਸੀਂ ਸਾਰੇ ਹਮੇਸ਼ਾ ਸਿੱਖਿਅਤ ਹੁੰਦੇ ਰਹੀਏ ਔਰ ਇਹ ਗੁਰਸਿੱਖੀ ਦੇ ਪ੍ਰਚਾਰ ਪ੍ਰਸਾਰ ਦਾ ਜੋ ਬਹੁਤ ਵੱਡਾ ਕੇਂਦਰ ਬਣ ਚੁੱਕਿਆ ਹੈ, ਮੇਰੀ ਫਿਰ ਅਰਦਾਸ ਹੈ ਕਿ ਇਹ ਪ੍ਰੋਗਰਾਮ ਇਸੇ ਤਰ੍ਹਾਂ ਨਿਰੰਤਰ ਚੱਲਦਾ ਰਹੇ, ਚੜ੍ਹਦੀ ਕਲਾ ਦੇ ਵਿੱਚ ਇਹ ਪ੍ਰੋਗਰਾਮ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅਗਲਾ ਪ੍ਰਸ਼ਨ ਹੁਣ ਆਪ ਜੀ ਦੀ ਸਕਰੀਨ ਤੇ। ਇਹਦੇ ਵਿਚਕਾਰ ਆਪ ਜੀ ਨੂੰ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕ ਦੀ ਇੱਕ ਤੁਕ ਸੁਣਾਈ ਜਾਏਗੀ। ਇੱਕ ਲਾਈਨ ਪੰਕਤੀ ਹੈ, ਉਸ ਪੰਕਤੀ ਦੀ ਅਗਲੀ ਪੰਕਤੀ ਆਪ ਜੀ ਨੇ ਸੰਪੂਰਨ ਕਰਨੀ ਹੈ। ਸੋ ਧਿਆਨ ਰੱਖਣਾ ਕਿ ਜਿਸ ਵੇਲੇ ਮੈਂ ਹਮੇਸ਼ਾ ਇਹ ਗੱਲ ਕਹਿਣਾ ਔਰ ਆਪ ਜੀ ਨੂੰ ਵੀ ਬੇਨਤੀ ਕਰ ਰਿਹਾ ਕਿ ਆਪ ਜੀ ਨੇ ਜਦੋਂ ਉਹ ਤੁਕ ਦੀ ਆਡੀਓ ਆਪ ਜੀ ਨੂੰ ਸੁਣਾਈ ਜਾ ਰਹੀ ਹੋਵੇ ਉਸ ਵੇਲੇ ਆਪ ਜੀ ਕਿਰਪਾ ਕਰਕੇ ਉਹਦੇ ਨਾਲ ਸਿਮਰਨ ਆਰੰਭ ਕਰ ਦਿਓ ਤਾਂ ਕਿ ਅਗਲੀ ਤੁਕ ਆਪ ਮੁਹਾਰੇ ਤੁਹਾਡੇ ਕੋਲ ਆ ਜਾਏਗੀ। ਸੋ ਕੋਈ ਜੇ ਕੰਠ ਕੀਤਾ ਹੋਏਗਾ ਤੇ ਸੋ ਆਡੀਓ ਕਲਿੱਪ ਔਨ ਕੀਤੀ ਜਾ ਰਹੀ ਹੈ। कबीर ऐसा को नहीं मंदिर दे जराए, पांचों लरिका मार के रहे राम लिव लाए। ਅਮਨਦੀਪ ਸਿੰਘ ਜੀ ਤੁਸੀਂ ਜਵਾਬ ਦੇ ਦਿੱਤਾ ਹੈ ਔਰ ਅਸੀਂ ਦੇਖਦੇ ਹਾਂ ਕਿ ਤੁਸੀਂ ਅਗਲੀ ਜਿਹੜੀ ਪੰਕਤੀ ਸੰਪੂਰਨ ਕੀਤੀ ਹੈ ਉਹ ਠੀਕ ਹੈ ਕਿ ਨਹੀਂ ਹੈ। ਇਹਨੂੰ ਦੁਬਾਰਾ ਪੜੋਗੇ। कबीर ऐसा को नहीं मंदिर देह जराए, पांचों लरिका मार के रहे राम लियो लाए। ਸੋ ਤੁਸੀਂ ਉੱਤਰ ਬਿਲਕੁਲ ਠੀਕ ਦੇ ਦਿੱਤਾ ਹੈ ਔਰ ਸਾਡੇ ਦਰਸ਼ਕਾਂ ਨੂੰ ਵੀ ਇਹ ਅੱਛਾ ਲੱਗਿਆ ਹੋਵੇਗਾ। ਸੋ ਮੈਂ ਤੁਹਾਨੂੰ ਮੁਬਾਰਕਬਾਦ ਦਿੰਦਾ ਹੋਇਆ ਇਸ ਪ੍ਰਤੀਯੋਗਤਾ ਨੂੰ ਅੱਗੇ ਤੋਰਨ ਜਾ ਰਹੇ ਹਾਂ। तो अगला प्रश्न, which Sikh set fire to his house and cremated Guru Tegh Bahadur Sahib Ji's body? ਕਿਹੜੇ ਸਿੱਖ ਨੇ ਆਪਣੇ ਘਰ ਨੂੰ ਅੱਗ ਲਗਾ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਧੜ ਦਾ ਸੰਸਕਾਰ ਕੀਤਾ? ਆਪਸ਼ਨਸ ਨੇ ਭਾਈ ਜੈਤਾ ਜੀ, ਭਾਈ ਉਦੇ ਜੀ,
ਭਾਈ ਲੱਖੀ ਸ਼ਾਹ ਬੰਜਾਰਾ, ਭਾਈ ਕਲਿਆਣਾ ਜੀ। ਭਾਈ ਆਪਸ਼ਨ ਸੀ, ਭਾਈ ਲੱਖੀ ਸ਼ਾਹ ਬੰਜਾਰਾ ਜੀ। ਆਪਸ਼ਨ ਸੀ ਨੂੰ ਲੌਕ ਕੀਤਾ ਜਾਏ। ਦੇਖਦੇ ਹਾਂ ਕਿ ਇਹ ਉੱਤਰ ਠੀਕ ਹੈ ਕਿ ਨਹੀਂ। तो ਤੁਹਾਡਾ ਉੱਤਰ ਬਿਲਕੁਲ ਠੀਕ ਹੈ। ਸੋ ਅਗਲੇ ਪ੍ਰਸ਼ਨਾਂ ਦੀ ਲੜੀ ਨੂੰ ਤੋੜਦੇ ਹੋਏ ਮੈਂ ਅਗਲਾ ਪ੍ਰਸ਼ਨ ਬੇਨਤੀ ਕਰਾਂਗਾ। ਇਹਦੇ ਵਿਚਕਾਰ ਆਪ ਜੀ ਨੂੰ ਇੱਕ ਚਿੱਤਰ ਦਿਖਾਇਆ ਜਾਏਗਾ ਔਰ ਆਪ ਜੀ ਨੇ ਉਸ ਪਰਸਨੈਲਿਟੀ ਦੇ ਨਾਮ ਦੀ ਪਹਿਚਾਨ ਕਰਨੀ ਹੈ। ਇਹਦੇ 'ਚ ਆਪਸ਼ਨ ਕੋਈ ਨਹੀਂ ਹੈ, ਇਸ ਚੀਜ਼ ਦਾ ਧਿਆਨ ਰੱਖਣਾ ਤਾਂ ਕਿ ਆਪ ਜੀ ਸਹੀ ਉੱਤਰ ਦੇ ਸਕੋ। ਅਗਰ ਇਹਨਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਦੱਸਣਾ ਵੀ ਜ਼ਰੂਰ। ਸੋ ਇਹ ਫੋਟੋ ਜਿਹੜੀ ਦਿਖਾਈ ਜਾ ਰਹੀ ਹੈ ਇਮੇਜ ਤੁਹਾਡੀ ਸਕਰੀਨ ਤੇ ਆ ਚੁੱਕੀ ਹੈ ਔਰ ਤੁਸੀਂ ਦੇਖ ਰਹੇ ਹੋ। ਦੱਸੋ ਇਹ ਕੌਣ ਹੈ? ਡਾਕਟਰ ਸਵਨੀਕ ਸਿੰਘ ਚੁਗ। ਡਾਕਟਰ ਸਵਨੀਕ ਸਿੰਘ ਚੁਗ। ਦੇਖਦੇ ਹਾਂ ਕਿ ਤੁਹਾਡਾ ਉੱਤਰ ਠੀਕ ਹੈ ਕਿ ਗਲਤ ਹੈ। ਮੈਂ ਇੱਥੇ ਆਪ ਜੀ ਤੋਂ ਖਿਮਾ ਮੰਗਾਂਗਾ ਕਿਉਂਕਿ ਆਪ ਜੀ ਨੇ ਉੱਤਰ ਠੀਕ ਨਹੀਂ ਦਿੱਤਾ। ਇਹਦਾ ਰਾਈਟ ਆਨਸਰ ਹੈ ਡਾਕਟਰ ਜਸਪਾਲ ਰਿੱਕੀ ਸਿੰਘ। He is Vice Chair and Associate Professor in Department of Rehabilitation Medicine. Dr. Singh has been honored as a Super Doctor, New York Rising Star, which represents the top New York doctors in more than 30 specialties that have been fully licensed for 10 years or less. So, ਇੱਥੇ ਹੀ ਅਸੀਂ ਤੁਹਾਡੇ ਕੋਲ ਵਿਦਾਇਗੀ ਲਵਾਂਗੇ ਔਰ ਤੁਸੀਂ ਕੋਸ਼ਿਸ਼ ਤਾਂ ਬੜੀ ਅੱਛੀ ਕਰ ਰਹੇ ਸੋ, ਲੇਕਿਨ ਤੁਸੀਂ ਪ੍ਰਸ਼ਨਾਂ ਦਾ ਉੱਤਰ ਨਾ ਦੇਣ ਕਰਕੇ ਇਸ ਪ੍ਰੋਗਰਾਮ ਤੋਂ ਤੁਹਾਨੂੰ ਵਿਦਾਇਗੀ ਦੇਣੀ ਪੈ ਰਹੀ ਹੈ। ਸੋ ਅਮਰਦੀਪ ਸਿੰਘ ਜੀ, ਆਪ ਜੀ ਨੂੰ ਪਿਆਰ ਤੇ ਸਤਿਕਾਰ ਦੇਣ ਵਾਸਤੇ ਕਾਰਡਿਫ ਯੂਕੇ ਤੋਂ ਮਹਿਕ ਕੌਰ ਜੀ ਅਤੇ ਸੀਰਤ ਕੌਰ ਜੀ ਜੁੜੇ ਹੋਏ ਨੇ ਔਰ ਉਸ ਤੋਂ ਬਾਅਦ ਸਾਡੇ ਬਹੁਤ ਹੀ ਪਿਆਰ ਵਾਲੇ ਸਰਦਾਰ ਅਮਰਜੀਤ ਸਿੰਘ ਜੀ रहेजा। तो आप जी ਨੂੰ ਪਿਆਰ ਤੇ ਸਤਿਕਾਰ ਦਿੱਤਾ ਜਾ ਰਿਹਾ ਹੈ। ਆਸ ਹੈ ਕਿ ਤੁਸੀਂ ਇਦਾਂ ਹੀ ਸਾਡੇ ਪ੍ਰੋਗਰਾਮ ਦੇ ਨਾਲ ਜੁੜੇ ਰਹੋਗੇ। आओ बनिए गुरसिख प्यारा, आओ बनिए गुरसिख प्यारा, आओ बनिए। ਕਿਤੇ ਜਾਇਓ ਨਾ, ਅਸੀਂ ਬਹੁਤ ਜਲਦੀ ਹਾਜ਼ਰ ਹੋ ਰਹੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਔਰ ਬ੍ਰੇਕ ਤੋਂ ਬਾਅਦ ਮੇਰੇ ਕੋ ਐਂਕਰ ਵੀਰ ਹਰਜਿੰਦਰ ਸਿੰਘ ਜੀ ਆਪ ਜੀ ਦੇ ਨਾਲ ਇਸ ਪ੍ਰਤੀਯੋਗਤਾ ਨੂੰ ਜਾਰੀ ਰੱਖਣਗੇ। ਸੋ आओ बनिए गुरसिख प्यारा प्रोग्राम ਨੂੰ लगातार देखते रहो। ਰਫ਼ਤਾਰ ਭਰੀ ਜ਼ਿੰਦਗੀ ਵਿੱਚ ਜ਼ਰੂਰਤ ਹੈ ਸਮੇਂ ਤੋਂ ਅੱਗੇ ਰਹਿਣ ਦੀ। ਤਰੱਕੀ ਦੀ ਰਾਹ ਤੇ ਸਾਥੀਆਂ ਨੂੰ ਨਾਲ ਰੱਖਣ ਦੀ। ਕੌਨਫੀਡੈਂਸ ਹੈ ਦੁਨੀਆ ਸਾਹਮਣੇ ਹਰ ਰੂਪ ਦੇ ਵਿੱਚ ਖੜੇ ਹੋਣ ਦਾ, ਤੇ ਕੌਨਫੀਡੈਂਸ ਮਿਲਦਾ ਸਿਮਕੋ ਤੋਂ। ਸਿਮਕੋ ਸੁਪਰੀਮ हेयर ਫਿਕਸਰ, ਸਿਮਕੋ ਕਲਾਸਿਕ हेयर ਫਿਕਸਰ। ਪਰਸਨੈਲਿਟੀ ਨੂੰ ਨਿਖਾਰਨ ਵਾਲਾ ਭਰੋਸੇਮੰਦ ਸਾਥੀ, ਇਸ ਲਈ ਅੱਜ ਵੀ ਅਨੇਮ ਯੂ ਕੈਨ ਰਿਲਾਈ ਅਪਨ ਸਿਮਕੋ। समीर, Wow! Just point and move. स्पेशलिस्ट LED टीवी, स्मार्ट फीचर्स के साथ। महंगा होगा, खुद देख ले। बेहतरीन पिक्चर, स्टाइलिश डिजाइन, 3 साल की वारंटी। वाइबर द LED टीवी स्पेशलिस्ट। When it's about style, it's Simco. Simco Swift Power Hairspray in Mega Strong, System Professional and Ultra Strong. Simco Swift Power Hairspray. Style begins with it. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਆਡੀਅנס ਕੁਐਸਚਨ ਹੈ, ਸੋ ਪੁਰਖ ਦੀ ਬਾਣੀ ਵਿੱਚ ਆਏ ਸ਼ਬਦ ਸਰਮਜਾਮ ਦਾ ਕੀ ਅਰਥ ਹੈ?
ਆਪ ਜੀ ਆਪਣੇ ਜਵਾਬ ਸਕਰੀਨ ਤੇ ਲਿਖੇ ਪ੍ਰੋਸੀਜਰ ਅਨੁਸਾਰ ਸਾਨੂੰ ਭੇਜ ਸਕਦੇ ਹੋ। ਧੰਨਵਾਦ ਜੀ। आओ बनिए ਵੈਲਕਮ ਬੈਕ। ਨਿੱਘਾ ਸਵਾਗਤ ਹੈ ਸਾਡੇ ਸਾਰੇ ਪਿਆਰੇ ਤੇ ਸੂਝਵਾਨ ਦਰਸ਼ਕਾਂ ਦਾ ਜਿਹੜੇ ਸਾਡੇ ਨਾਲ ਦੇਸ਼ ਵਿਦੇਸ਼ਾਂ ਤੋਂ ਜੁੜਦੇ ਹਨ। 21ਵੇਂ ਸੀਜ਼ਨ ਦੇ 6th ਐਪੀਸੋਡ ਵਿੱਚ ਅਸੀਂ ਆਪਣੇ ਇੱਕ ਨਵੇਂ ਕੰਟੈਸਟੈਂਟ ਗਨੀਵ ਕੌਰ ਜੀ ਜਿਹੜੇ ਦਿਓਬੰਦ ਯੂਪੀ ਤੋਂ ਸਾਡੇ ਨਾਲ ਜੁੜ ਰਹੇ ਹਨ। ਅਸੀਂ ਉਹਨਾਂ ਨੂੰ ਜੀ ਆਇਆਂ ਕਹਿ ਰਹੇ ਹਾਂ ਤੇ ਰਿਕਵੈਸਟ ਕਰਾਂਗੇ ਗਨੀਵ ਕੌਰ ਜੀ ਸਾਡੇ ਦਰਸ਼ਕਾਂ ਨਾਲ ਆਪਣੇ ਬਾਰੇ ਸਾਂਝ ਪਾਓ ਪਲੀਜ਼। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਨੀਵ ਕੌਰ ਫਰਮ ਦੇਵਬੰਦ ਡਿਸਟ੍ਰਿਕਟ ਸਹਾਰਨਪੁਰ ਯੂਪੀ। ਮੈਂ ਦਿੱਲੀ ਪਬਲਿਕ ਸਕੂਲ 7th ਵਿੱਚ ਪੜ੍ਹਦੀ ਹਾਂ ਤੇ ਮੈਂ ਆਓ ਬਣੀ ਗੁਰਸਿੱਖ ਪਿਆਰਾ ਟੀਮ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਇਸ ਸ਼ੋਅ ਵਿੱਚ ਆਉਣ ਦਾ ਮੌਕਾ ਦਿੱਤਾ ਤੇ ਇਸ ਸ਼ੋਅ ਵਿੱਚ ਪਾਰਟਿਸਿਪੇਟ ਕਰਕੇ ਮੈंने ਬਹੁਤ ਕੁਝ ਸਿੱਖਿਆ ਹੈ। ਮੇਰੀ ਹੌਬੀਜ਼ ਨੇ ਕੀਰਤਨ ਕਰਨਾ, ਗੁਰਬਾਣੀ ਦੇ ਅਰਥ ਸਮਝਣਾ ਤੇ ਸਿੱਖ ਇਤਿਹਾਸ ਦੇ ਬਾਰੇ ਵੱਧ ਤੋਂ ਵੱਧ ਜਾਣਨਾ। ਤੇ ਮੈਂ ਆਓ ਬਣੀ ਗੁਰਸਿੱਖ ਪਿਆਰਾ ਵਿੱਚ ਪਾਰਟਿਸਿਪੇਟ ਕਰਕੇ ਮੈंने ਸਿੱਖ ਇਤਿਹਾਸ ਦੇ ਬਾਰੇ ਬਹੁਤ ਕੁਝ ਜਾਣਿਆ ਹੈ। ਬਹੁਤ ਵਧੀਆ ਗਨੀਵ ਕੌਰ ਜੀ, ਤੁਸੀਂ ਇੱਥੇ ਪਾਰਟਿਸਿਪੇਟ ਕੀਤਾ ਆਪਣੀ ਲਿਆਕਤ ਦੇ ਨਾਲ। ਤੁਸੀਂ ਸਿਲੈਕਸ਼ਨ ਟੈਸਟ ਦੇ ਥਰੂ ਇੱਥੇ ਪੁੱਜੇ ਹੋ। ਇਹ ਤੁਹਾਡੀ ਆਪਣੀ ਮਿਹਨਤ ਆਪਣੀ ਪਰਫਾਰਮੈਂਸ ਹੈ। ਸੋ ਅਸੀਂ ਆਪ ਜੀ ਦੇ ਨਾਲ ਇਹ ਗੇਮ ਆਰੰਭ ਕਰ ਰਹੇ ਹਾਂ। ਮੈਂ ਸ਼ਾਰਟ ਦੇ ਵਿੱਚ ਗੇਮ ਦੇ ਰੂਲਸ ਆਪ ਜੀ ਦੇ ਨਾਲ ਸ਼ੇਅਰ ਕਰਦੇ ਹਾਂ। ਟੋਟਲ 9 ਕੁਐਸਚਨਸ 2 ਲੈਵਲ ਤੇ ਆਪ ਜੀ ਨੂੰ ਆਣੇ ਹਨ। 5 ਕੁਐਸਚਨ ਇਨ ਫਸਟ ਲੈਵਲ ਜਿਹਦੇ ਵਿੱਚ ਇੱਕ ਲਾਈਫ ਲਾਈਨ ਵੀ ਆਪ ਜੀ ਕੋਲ ਹੋਏਗੀ ਐਕਸਪਰਟ ਐਡਵਾਈਸ ਦੀ। ਸੈਕੰਡ ਲੈਵਲ ਤੇ 4 ਕੁਐਸਚਨ ਆਣੇ ਜਿਹਦੇ ਵਿੱਚ ਇੱਕ ਲਾਈਫ ਲਾਈਨ ਹੋਰ ਐਡ ਹੋ ਜਾਏਗੀ ਆਪ ਜੀ ਪਾਸ ਫਲਿਪ ਦਾ ਕੁਐਸਚਨ। ਸੋ ਸਾਡੀ ਇਹ ਸਿੰਸੀਅਰ ਐਡਵਾਈਸ ਹੈ ਕਿ ਜਿੱਥੇ ਵੀ ਆਪ ਜੀ ਨੂੰ ਆਨਸਰ ਦੇਣ ਦੇ ਵਿੱਚ ਦਿੱਕਤ ਹੋਏ ਪਲੀਜ਼ ਇਹਨਾਂ ਲਾਈਫ ਲਾਈਨਸ ਦਾ ਜ਼ਰੂਰ ਸਦਉਪਯੋਗ ਕਰਿਓ ਜੀ। ਸੋ ਅਗਰ ਆਪ ਕੰਫर्टेबल हो गनीव कौर जी तो वी कैन स्टार्ट विद द क्विज। सो पहला क्वेश्चन ਹੁਣ ਆਪ ਜੀ ਦੀ ਸਕਰੀਨ ਤੇ ਆਣੇ ਜਾ ਰਿਹਾ ਹੈ। ਬੜੇ ਧਿਆਨ ਦੇ ਨਾਲ ਆਪ ਜੀ ਨੇ ਆਪਸ਼ਨਸ ਦੇਖ ਕੇ ਉਹਦਾ ਜਵਾਬ ਦੇਣਾ ਹੈ। ਪਹਿਲਾ ਕੁਐਸਚਨ ਹੁਣ ਗਨੀਵ ਕੌਰ ਜੀ ਦੇ ਲਈ ਉਹਨਾਂ ਦੀ ਸਕਰੀਨ ਤੇ। ਵਟ ਟਾਈਟਲ ਡਿਡ ਗੁਰੂ ਗੋਬਿੰਦ ਸਿੰਘ ਜੀ ਬੈਸਟੋ ਬਾਈ ਸੀਇੰਗ ਭਾਈ ਮਨੀ ਸਿੰਘ ਜੀ ਸਿਦਕ। ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਦੇ ਸਿਦਕ ਨੂੰ ਵੇਖ ਕੇ ਕਿਹੜੀ ਉਪਾਧੀ ਬਖਸ਼ੀ ਸੀ? ਆਪ ਜੀ ਦੇ ਆਪਸ਼ਨ ਏ ਗੁਰੂ, ਬੀ ਜਥੇਦਾਰ, ਸੀ ਦੀਵਾਨ ਜਾਂ ਡੀ ਸਿੱਖ। ਧਿਆਨ ਦੇ ਨਾਲ ਆਪ ਜੀ ਦਾ ਸਮਾਂ ਸ਼ੁਰੂ ਹੋ ਗਿਆ। ਇਹਨਾਂ ਆਪਸ਼ਨਸ ਦੇ ਵਿੱਚੋਂ ਆਪ ਜੀ ਕਿਹੜੇ ਆਪਸ਼ਨ ਨਾਲ ਗਨੀਵ ਕੌਰ ਜੀ ਜਾਣਾ ਚਾਹੁੰਦੇ ਹੋ? ਹਾਂਜੀ, ਸਮੇਂ ਦਾ ਪੂਰਾ ਖਿਆਲ ਰੱਖਣਾ ਹੈ। ਲਾਈਫ ਲਾਈਨ ਆਪ ਜੀ ਪਾਸ ਫਸਟ ਲੈਵਲ ਦੇ ਵਿੱਚ ਇੱਕ ਅਵੇਲੇਬਲ ਹੈ। ਕਿਧਰੇ ਵੀ ਆਪ ਜੀ ਨੂੰ ਆਨਸਰ ਦੇਣ ਵਿੱਚ ਦਿੱਕਤ ਹੋਏ ਪਲੀਜ਼ ਉਹਦਾ ਜ਼ਰੂਰ ਫਾਇਦਾ ਉਠਾਉਣਾ। ਟਾਈਮ ਛੇਤੀ ਦੇ ਨਾਲ ਖਤਮ ਹੋ ਜਾਣਾ ਹੈ। ਘੜੀ ਫਾਸਟ ਕਲਿੱਕ ਕਰ ਰਹੀ ਹੈ। ਗਨੀਵ ਕੌਰ ਜੀ ਪਲੀਜ਼ ਆਨਸਰ ਦਿਓ। ਜਥੇਦਾਰ। ਗਨੀਵ ਕੌਰ ਜੀ ਆਪ ਜੀ ਬੀ ਆਪਸ਼ਨ ਨਾਲ ਜਾਣਾ ਚਾਹੁੰਦੇ ਹੋ, ਬੀ ਜਥੇਦਾਰ। ਸੋ ਦੇਖਦੇ ਹਾਂ ਕਿ ਆਪ ਜੀ ਦਾ ਜਵਾਬ ਠੀਕ ਹੈ ਜਾਂ ਨਹੀਂ। ਪਲੀਜ਼ ਕੰਪਿਊਟਰ ਜੀ ਸਾਨੂੰ ਦੱਸਿਆ ਜਾਵੇ ਕਿ ਗਨੀਵ ਕੌਰ ਜੀ ਨੇ ਜਿਹੜਾ ਬੀ ਆਪਸ਼ਨ ਸਿਲੈਕਟ ਕੀਤਾ ਸੀ, ਇਜ਼ ਇਟ ਕਰੈਕਟ? ਗਨੀਵ ਕੌਰ ਜੀ ਆਪ ਜੀ ਅਗਰ ਸੀ ਆਪਸ਼ਨ ਨਾਲ ਜਾਂਦੇ ਤਾਂ ਆਪ ਜੀ ਦਾ ਜਵਾਬ ਠੀਕ ਹੁੰਦਾ, ਪਰ ਆਪ ਜੀ ਨੇ ਬੀ ਜਥੇਦਾਰ ਇਹ ਕਿੱਥੋਂ ਸਟੱਡੀ ਕੀਤਾ ਸੀ? ਆਪ ਜੀ ਦਾ ਇਹ ਆਪਸ਼ਨ ਠੀਕ ਨਹੀਂ ਸੀ। ਸੋ ਅਸੀਂ ਆਪ ਜੀ ਦੇ ਨਾਲ
ਗੇਮ ਨੂੰ ਅੱਗੇ ਕੰਟੀਨਿਊ ਨਹੀਂ ਕਰ ਸਕਾਂਗੇ। ਗਨੀਵ ਕੌਰ ਜੀ ਨੂੰ ਪਿਆਰ ਤੇ ਸਤਿਕਾਰ ਦੇਣ ਲਈ ਸਰਦਾਰ ਕਵਲਜੀਤ ਸਿੰਘ ਜੀ ਦਿੱਲੀ ਤੋਂ ਸਾਡੇ ਨਾਲ ਜੁੜ ਰਹੇ ਹਨ। ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਉਹ ਗਨੀਵ ਕੌਰ ਨੂੰ ਸਾਡੇ ਟੀਮ ਮੈਂਬਰ ਸਰਦਾਰ ਹਰਪ੍ਰੀਤ ਸਿੰਘ ਜੀ ਉਹਨਾਂ ਨੂੰ ਇਹ ਪ੍ਰਾਈਜ਼ ਦੇ ਰਹੇ ਹਨ। आओ बनिए गुरसिख प्यारा, आओ बनिए गुरसिख प्यारा, आओ बनिए। ਅਸੀਂ ਇਨਵਾਈਟ ਕਰ ਰਹੇ ਹਾਂ ਆਪਣੇ ਅਗਲੇ ਕੰਟੈਸਟੈਂਟ ਜਸਨੀਤ ਸਿੰਘ ਜੀ ਦਿੱਲੀ ਤੋਂ ਸਾਡੇ ਨਾਲ ਜੁੜ ਰਹੇ ਹਨ। ਸੋ ਜਸਨੀਤ ਸਿੰਘ ਜੀ ਵੈਲਕਮ, ਜੀ ਆਇਆਂ ਨੂੰ। ਪਲੀਜ਼ ਆਪਣੇ ਬਾਰੇ ਸਾਡੇ ਦਰਸ਼ਕਾਂ ਨੂੰ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਜਸਨੀਤ ਸਿੰਘ ਹੈ। ਮੈਂ ਆਪਣੀ ਗ੍ਰੈਜੂਏਸ਼ਨ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦਿੱਲੀ ਯੂਨੀਵਰਸਿਟੀ ਤੋਂ ਕਰ ਰਿਹਾ ਹਾਂ ਤੇ ਮੈਂ ਗੁਰੂ ਸਾਹਿਬ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਮੈਨੂੰ ਆਓ ਬਣੀ ਗੁਰਸਿੱਖ ਪਿਆਰਾ ਦੇ ਕੁਇਜ਼ ਸ਼ੋਅ ਵਿੱਚ ਹਿੱਸਾ ਲੈਣ ਦਾ ਸੁਭਾਗ ਮੌਕਾ ਦਿੱਤਾ। ਸੋ ਮੌਕਾ ਵਾਹਿਗੁਰੂ ਜੀ ਨੇ ਦਿੱਤਾ ਤੁਹਾਨੂੰ ਔਰ ਤੁਸੀਂ ਮਿਹਨਤ ਕੀਤੀ, ਇਹ ਹੋਰ ਇੰਪੋਰਟੈਂਟ ਗੱਲ ਸੀ। ਸੋ ਅਸੀਂ ਤੁਹਾਨੂੰ ਵੈਲਕਮ ਕਰਦੇ ਹੋਏ ਗੇਮ ਦੇ ਰੂਲਸ ਸ਼ਾਰਟ ਜ਼ਰੂਰ ਸ਼ੇਅਰ ਕਰਨਾ ਚਾਹਾਂਗੇ। ਟੋਟਲ 9 ਕੁਐਸਚਨਸ ਹੋਣਗੇ। ਪਹਿਲੇ ਲੈਵਲ ਤੇ 5 ਕੁਐਸਚਨ, ਦੂਜੇ ਲੈਵਲ ਤੇ 4 ਕੁਐਸਚਨ। 45 ਸੈਕਿੰਡਸ ਦਾ ਟਾਈਮ ਪਹਿਲੇ ਲੈਵਲ ਤੇ, 60 ਸੈਕਿੰਡਸ ਦਾ ਟਾਈਮ ਸੈਕੰਡ ਲੈਵਲ ਤੇ। ਇੱਕ ਲਾਈਫ ਲਾਈਨ ਪਹਿਲੇ ਲੈਵਲ ਤੇ ਆਪ ਜੀ ਨੂੰ ਐਕਸਪਰਟ ਐਡਵਾਈਸ ਦੀ ਮਿਲੇਗੀ। ਦੂਸਰੇ ਲੈਵਲ ਤੇ ਫਲਿਪ ਦਾ ਕੁਐਸਚਨ ਦੀ ਲਾਈਫ ਲਾਈਨ ਆਪ ਜੀ ਕੋਲ ਹੋਏਗੀ। ਅਗਰ ਆਪ ਜੀ ਫਸਟ ਲੈਵਲ ਤੇ ਲਾਈਫ ਲਾਈਨ ਨਹੀਂ ਯੂਜ਼ ਕਰਦੇ ਤਾਂ ਸੈਕੰਡ ਲੈਵਲ ਤੇ ਉਹ ਕੈਰੀ ਕਰ ਸਕਦੇ। ਸੋ ਅਗਰ ਆਪ ਕੰਫਰਟੇਬਲ ਹੋ ਤਾਂ ਅਸੀਂ ਆਪ ਜੀ ਦੇ ਨਾਲ ਇੱਕ ਕੁਇਜ਼ ਗੇਮ ਸ਼ੁਰੂ ਕਰਦੇ ਹਾਂ। ਗੁੱਡ। ਸੋ ਲਓ ਜੀ, ਪਹਿਲਾ ਕੁਐਸਚਨ ਤੁਹਾਡੇ ਲਈ ਤੁਹਾਡੀ ਸਕਰੀਨ ਤੇ ਆ ਰਿਹਾ। Which Bani is based on 52 letters of Devanagari script? ਦੇਵਨਾਗਰੀ ਲਿਪੀ ਦੇ 52 ਅੱਖਰਾਂ ਉੱਤੇ ਆਧਾਰਿਤ ਕਿਹੜੀ ਬਾਣੀ ਹੈ? ਆਪ ਜੀ ਦੇ ਆਪਸ਼ਨਸ ਹਨ A ਪੱਟੀ, B 12ਵਾਂ, C ਸੁਚੱਜੀ ਜਾਂ D 52 ਅੱਖਰੀ। ਆਪ ਜੀ ਕਿਹੜੇ ਆਪਸ਼ਨ ਨਾਲ ਜਾਣਾ ਚਾਹੁੰਦੇ ਹੋ? ਆਪ ਜੀ ਦਾ ਸਮਾਂ ਸ਼ੁਰੂ ਹੋ ਗਿਆ। I will go with option D 52 ਅੱਖਰੀ। D 52 ਅੱਖਰੀ। ਜਸਨੀਤ ਸਿੰਘ ਜੀ ਆਪ ਜੀ ਕੌਨਫੀਡੈਂਟ ਹੋ ਤਾਂ ਅਸੀਂ ਡੀ ਆਪਸ਼ਨ ਨੂੰ, ਠੀਕ ਹੈ ਜੀ, ਡੀ ਆਪਸ਼ਨ ਨੂੰ ਲੌਕ ਕਰਦੇ ਹਾਂ ਔਰ ਦੇਖਦੇ ਹਾਂ ਕਿ ਆਪ ਜੀ ਦਾ ਜਵਾਬ ਠੀਕ ਹੈ ਕਿ ਨਹੀਂ। ਪਲੀਜ਼ ਡੀ ਆਪਸ਼ਨ ਨੂੰ ਲੌਕ ਕੀਤਾ ਜਾਵੇ ਜੀ। ਔਰ ਇਹ ਬਿਲਕੁਲ ਠੀਕ ਹੈ। ਬਹੁਤ ਅੱਛੇ, ਬੜੇ ਕੌਨਫੀਡੈਂਸ ਦੇ ਨਾਲ ਤੁਸੀਂ ਗੇਮ ਸ਼ੁਰੂ ਕੀਤੀ ਹੈ। ਅਸੀਂ ਵਿਸ਼ ਕਰਾਂਗੇ ਕਿ ਤੁਸੀਂ ਇਸ ਤਰ੍ਹਾਂ ਹੀ ਅੱਗੇ ਵਧਦੇ ਜਾਓ। ਲਓ ਜੀ, ਅਗਲਾ ਕੁਐਸਚਨ ਜਸਨੀਤ ਸਿੰਘ ਜੀ ਹੁਣ ਆਪ ਜੀ ਦੀ ਸਕਰੀਨ ਤੇ। What did ਭਾਈ ਤਾਰੂ ਸਿੰਘ ਜੀ do? ਭਾਈ ਤਾਰੂ ਸਿੰਘ ਜੀ ਕੀ ਕੰਮ ਕਰਦੇ ਸਨ? ਆਪ ਜੀ ਦੀ ਆਪਸ਼ਨਸ A ਵੀਵਿੰਗ ਜੁਲਾਈ ਦਾ ਕੰਮ, B ਟ੍ਰੇਡਿੰਗ ਵਪਾਰੀ ਸਨ, C ਫਾਰਮਿੰਗ ਦਾ ਕੰਮ ਖੇਤੀਬਾੜੀ, D ਗੋਲਡਸਮਿਥਸ ਵਰਕ ਸੁਨਿਆਰੇ ਦਾ ਕੰਮ ਕਰਦੇ ਸਨ। ਕਿਹੜੀ ਆਪਸ਼ਨ ਨਾਲ ਜਸਨੀਤ ਸਿੰਘ ਜੀ ਆਪ ਜੀ ਨੇ ਤਿਆਰੀ ਕੀਤੀ ਹੈ? I will go with option C farming ਖੇਤੀਬਾੜੀ। ਖੇਤੀਬਾੜੀ ਦਾ ਕੰਮ, C ਆਪਸ਼ਨ ਨਾਲ ਆਪ ਜੀ ਜਾਣਾ ਚਾਹੁੰਦੇ ਹੋ? ਕੌਨਫੀਡੈਂਟ ਹੋ ਜੀ? ਓਕੇ, ਆਪ ਜੀ ਨੇ ਧਿਆਨ ਨਾਲ ਪੜਿਆ ਸੀ ਹੈ ਔਰ ਆਪ ਜੀ ਇਸ ਆਪਸ਼ਨ ਨੂੰ ਸਿਲੈਕਟ ਕਰ ਰਹੇ ਹੋ, ਬੜੀ ਅੱਛੀ ਗੱਲ ਹੈ। ਦੇਖਦੇ ਹਾਂ C ਆਪਸ਼ਨ ਨੂੰ ਪਲੀਜ਼ ਲੌਕ ਕੀਤਾ ਜਾਵੇ ਜੀ। ਤੇ ਜਾਣਨਾ ਚਾਹਾਂਗੇ ਕਿ ਜਸਨੀਤ ਸਿੰਘ ਜੀ ਦਾ ਇਹ ਜਵਾਬ ਠੀਕ ਹੈ ਜਾਂ ਨਹੀਂ। ਐਂਡ ਇਟਸ ਅ ਕਰੈਕਟ ਆਨਸਰ। ਬਿਲਕੁਲ ਠੀਕ, ਬਹੁਤ ਅੱਛੇ। ਭਾਈ ਤਾਰੂ ਸਿੰਘ ਜੀ ਖੇਤੀਬਾੜੀ ਦੀ ਕਿਰਤ ਕਰਦੇ ਸਨ। ਸੋ ਵਧਾਂਗੇ ਜੀ ਅਗਲਾ ਕੁਐਸਚਨ ਲੈ ਕੇ। ਆਡੀਓ ਰਾਉਂਡ। ਕੰਪਲੀਟ ਦ ਨੈਕਸਟ ਗੁਰਬਾਣੀ ਤੁਕ ਫਰਮ ਭਗਤ ਕਬੀਰ ਜੀ ਸ਼ਲੋਕਾਂ। ਭਗਤ ਕਬੀਰ ਜੀ ਦੇ ਸ਼ਲੋਕਾਂ ਚੋਂ ਆਪ ਜੀ ਨੂੰ ਇੱਕ ਸ਼ਲੋਕ ਦੀ ਪਹਿਲੀ ਤੁਕ ਸੁਣਾਈ ਜਾਏਗੀ। ਬੜੇ ਧਿਆਨ ਦੇ ਨਾਲ ਆਪ ਜੀ ਨੇ ਸੁਣਨਾ ਹੈ
ਤੇ ਆਪਣੀ ਸਾਰੀ ਮੈਮੋਰੀਜ਼ ਨੂੰ ਰੀਕਲੈਕਟ ਕਰਕੇ ਇਹਦਾ ਜਵਾਬ ਦੇਣਾ ਹੈ। ਸੋ ਪਲੀਜ਼ ਲਓ ਹੁਣ ਇਹ ਆਡੀਓ ਕਲਿੱਪ ਆਪ ਜੀ ਲਈ ਪਲੇ ਕੀਤੀ ਜਾ ਰਹੀ ਹੈ। कबीर माटी के हम पुतरे मानस राख्यो नाम। कबीर माटी के हम पूतरे मानस राख्यो नाव। 4 दिवस के बाहुने बड बड रूंद है ठाओ। ਦੇਖਦੇ ਹਾਂ ਜੀ ਕਿ ਆਪ ਜੀ ਦਾ ਜਵਾਬ ਠੀਕ ਹੈ ਕਿ ਨਹੀਂ। 4 ਦਿਵਸ ਕੇ ਪਾਹੁਨ ਹੈ बड बड रूंद है ठाओ। सो 64वां श्लोक सी और आप जी ने बिल्कुल ठीक जवाब देता है। सानू बहुत खुशी है कि आप जी इस क्वेश्चन का जवाब दे के गेम विच बने हुए हो और अगे प्रोसीड कर गए हो। पर जसनीत सिंह जी आप जी दे नाल अज इस शो दे विच असी गेम नू अगे प्रोसीड नहीं कर सकांगे क्योंकि शो का समा खत्म हो गया है। असी इस प्रोग्राम नू आप जी दे नाल इस कंपीटीशन नू नैक्सट वीक फिर सांझ पावांगे। तद तक असी अपने दर्शकों कोलों इजाजत लै रहे हाँ। जसनीत सिंह जी साडे रोल ओवर कंटेस्टेंट बन के नैक्सट एपीसोड 7th एपीसोड ऑफ सीजन 21 दे विच फिर प्ले करनगे। दर्शकों नू बेनती है कि YouTube ते साडे सारे अज तक दे एपीसोड्स अवेलेबल हैं। आप जी खुद वॉच करके शेयर करके प्रचार दे इस काम में सहाई हो सकते हो। फेसबुक ते अपने उसारू ते कीमती सुझाव सानू देने ना भुलो जिस नाल असी प्रोग्राम नू आप जी दियां इच्छावां मुताबिक होर बेहतर बढ़ा सकीए। बहुत बहुत धन्यवाद। टेक केयर। गुरु राखा। वाहिगुरू जी का खालसा वाहिगुरू जी की फतेह।